ਕਿ ਪੀਕੇ ਦੇ ਸਿਰ ਦੇ ਉੱਤੇ ਕਾਂਗਰਸ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲੱਗਦਾ ਕਿ ਇਹ ਚੀਜ਼ ਸੰਭਵ ਹੈਗੀ ਇਸ ਕਾਂਗਰਸ ਇਲੈਕਸ਼ਨ ਦਰ ਇਲੈਕਸ਼ਨ ਹਾਰ ਰਹੀ ਹੈ। ਅੰਦਰ ਵੀ ਗੜਬੜ ਹੈ। 23 ਬੰਦਿਆਂ ਨੇ 2 ਸਾਲ ਪਹਿਲਾਂ ਲਿਖਿਆ ਸੀਗਾ ਕਿ ਕਾਂਗਰਸ ਦੇ ਵਿੱਚ ਬਹੁਤ ਕੁਝ ਬਦਲਣ ਵਾਲਾ ਹੈ। ਪੋਲਿਟਿਕਸ ਜਿਹੜੀ ਹੁੰਦੀ ਹੈ, ਦੇਸ਼ ਚੱਲਣਾ ਕਿਵੇਂ ਹੈ, ਉਹਦੇ ਲਈ ਤੁਹਾਡਾ ਕੋਈ ਵਿਚਾਰਧਾਰਕ ਸਟੈਂਡ ਹੁੰਦਾ ਹੈ ਨਾ। ਪੀਕੇ ਦਾ ਕੋਈ ਵਿਚਾਰਧਾਰਕ ਸਟੈਂਡ ਤਾਂ ਹੈ ਨਹੀਂ। ਪੰਜਾਬ 'ਚ CEO ਦੇ ਰੋਲ 'ਚ ਸੁਖਬੀਰ ਸਿੰਘ ਬਾਦਲ ਆਇਆ ਸੀ ਤੇ ਲੋਕਾਂ ਨੂੰ ਇਹ ਲੱਗਾ ਬੜੀ ਮੈਨੇਜਮੈਂਟ ਹੈ, ਗ੍ਰਾਸ ਰੂਟ ਲੈਵਲ ਦੀ ਮੈਨੇਜਮੈਂਟ ਹੈ। ਚੱਲਦੀ ਚਾਹੇ 2012 'ਚ ਵੀ ਤੁੱਕਾ ਲੱਗ ਗਿਆ, ਤੁੱਕਾ ਕਾਂਗਰਸ ਦੀ ਨਲਾਇਕੀ ਕਰਕੇ ਲੱਗਿਆ। ਇਹਨਾਂ ਨੇ ਆਪਣੇ ਬੰਦੇ ਆਪ ਹਰਾਏ, ਬਾਕੀ ਚੀਜ਼ਾਂ ਕੀਤੀਆਂ। ਇੱਕ ਹਿਸਾਬ ਨਾਲ ਕਾਂਗਰਸ ਨੂੰ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ ਪੀਕੇ ਦੇ ਉੱਪਰ। ਲੱਗਦਾ ਕਿ ਉਹ ਵਾਲੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖੀਆਂ ਜਾ ਰਹੀਆਂ ਕਿ ਮੋਦੀ ਨੂੰ ਜਿਤਾਇਆ, ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾਇਆ। ਮੋਦੀ ਡਬਲ ਕੰਮ ਤੇ ਆਇਆ। ਇੱਕ ਜਿਹੜੀ ਮਨਮੋਹਨ ਸਿੰਘ ਦੀ ਸੈਕੰਡ ਸਰਕਾਰ ਸੀ, ਉਹਦੇ 'ਚ ਕਰਪਸ਼ਨ ਦਾ ਇੱਕ ਸਕੈਂਡਲ ਬਹੁਤ ਬੜਾ ਸੀ। ਪਰ ਨਰਿੰਦਰ ਮੋਦੀ ਨੇ ਔਰ ਕਿਹਾ ਇਹ ਜਾਂਦਾ ਕਿ RSS ਨੇ ਇੱਕ ਹੋਰ ਰੂਟ ਲਿਆ। ਉਹ ਰੂਟ ਅੰਨਾ ਅੰਦੋਲਨ ਦੇ ਵਜੋਂ ਆਇਆ ਸੀ। ਅੰਨਾ ਅੰਦੋਲਨ ਨੇ ਡੈਮੇਜ ਕੀਤਾ ਕਾਂਗਰਸ ਨੂੰ। ਬੀਜੇਪੀ ਕਿਉਂਕਿ ਹਿੰਦੂਤਵ ਦੇ ਏਜੰਡੇ ਨੂੰ ਲੈ ਕੇ ਚੱਲੀ ਹੈ, ਉਹਨੇ ਜੰਮੂ ਕਸ਼ਮੀਰ ਤੋੜ ਕੇ ਉਹ ਧਰਤਾ, ਚਾਹੇ ਕਾਨੂੰਨੀ ਆ ਗੈਰ ਕਾਨੂੰਨੀ ਆ, ਉਹ ਬਾਅਦ 'ਚ ਪਤਾ ਲੱਗੂ, ਜੋ ਮਰਜ਼ੀ ਹੈ ਨਾ। ਨਾਗਰਿਕ ਸੋਧ ਬਿੱਲ ਲੈ ਕੇ ਆਂਦਾ ਤੇ ਜਿਹਨੇ ਮੁਸਲਮਾਨ ਨੂੰ ਚੱਕ ਕੇ ਬਾਹਰ ਕੱਢਤਾ। ਕਾਂਗਰਸ ਸੌਫਟ ਹਿੰਦੂਤਵ ਤੇ ਚੱਲਦੀ ਰਹੀ, ਬੀਜੇਪੀ ਖੁੱਲੇ ਹਿੰਦੂਤਵ ਤੇ। ਤਾਂ ਸੌਫਟ ਤੇ ਖੁੱਲੇ ਦੇ ਵਿੱਚੋਂ ਕੌਣ ਜਿੱਤੂਗਾ? ਜਿਹੜੇ ਮੈਨੇਜਮੈਂਟ ਨਾਲ, ਟੈਕਨੀਕ ਨਾਲ, ਵੱਖ-ਵੱਖ ਤਰੀਕੇ ਨਾਲ ਦੁਨੀਆ ਤੋਂ ਇੱਕ ਵਾਰ ਵੋਟ ਲੈਣ ਦਾ ਰੁਝਾਨ ਹੈ, ਇਹ ਹੈਲਦੀ ਡੈਮੋਕ੍ਰੇਸੀ ਦਾ ਨਹੀਂ ਹੈ, ਸਗੋਂ ਗਿਰਾਵਟ 'ਚ ਜਾ ਰਹੀ ਡੈਮੋਕ੍ਰੇਸੀ ਦਾ ਨਿਸ਼ਾਨ ਹੈ। ਔਰ ਡੈਮੋਕ੍ਰੇਸੀ ਦੇ ਵਿੱਚ ਤਾਂ ਇਹ ਹੈ ਕਿ ਤੁਹਾਨੂੰ ਢਾਂਚਾ ਤਬਦੀਲ ਕਰਨ ਦੀ ਲੋੜ ਹੈ। ਕਿਉਂ ਯੂਰਪੀਅਨ ਪਾਰਟੀਆਂ, ਯੂਰਪ ਦੇ ਕਿੰਨੇ ਹਿੱਸਿਆਂ ਦੇ ਵਿੱਚ ਆਪਾਂ ਕਹਿੰਦੇ ਕਿ ਡੈਮੋਕ੍ਰੇਸੀ ਮੁਕਾਬਲਤਨ ਹੈਲਦੀ ਹੈ, ਕੱਲੇ ਬੰਦੇ ਦੀ ਸੁਣਵਾਈ ਹੁੰਦੀ ਹੈ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਦੇਸ਼ ਦੇ ਵਿੱਚ ਇੱਕ ਵੱਖਰੇ ਤਰੀਕੇ ਦੀ ਰਾਜਸੀ ਹਵਾ ਚੱਲ ਰਹੀ ਹੈ, ਜਿਸ ਦੇ ਵਿੱਚੋਂ ਉਮੀਦ ਕੀਤੀ ਜਾ ਰਹੀ ਹੈ ਕਿ ਇੱਕ ਜਿਹੜੀ ਧਿਰ ਇਸ ਵੇਲੇ ਮਜ਼ਬੂਤ ਹੁੰਦੀ ਜਾ ਰਹੀ ਹੈ, ਉਹਦੇ ਖਿਲਾਫ ਇੱਕ ਵੱਖਰਾ ਫਰੰਟ ਤਿਆਰ ਕੀਤਾ ਜਾਵੇ, ਇੱਕ ਵੱਖਰੇ ਤਰੀਕੇ ਦੀ ਕੋਸ਼ਿਸ਼ ਕੀਤੀ ਜਾਵੇ। ਇੱਕ ਪੀਕੇ ਨਾਮ ਦਾ ਵਿਅਕਤੀ ਹੈਗਾ ਜਿਸ ਦੀ ਚਰਚਾ ਲਗਾਤਾਰ ਹੁਣ ਕੇਂਦਰੀ ਸਿਆਸਤ ਦੇ ਵਿੱਚ ਚੱਲ ਰਹੀ ਹੈ, ਪ੍ਰਸ਼ਾਂਤ ਕਿਸ਼ੋਰ। ਕਾਂਗਰਸ ਲਗਾਤਾਰ ਮੁਲਾਕਾਤਾਂ ਕਰ ਰਹੀ ਹੈ। ਉਹਨਾਂ ਮੁਲਾਕਾਤਾਂ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਆਪਣੇ ਪਾਰਟੀ ਦੇ ਦਰਮਿਆਨ ਸਿਸਟਮ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ, ਇੱਕ ਵਧੀਆ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਜਿਹੜੀਆਂ ਗਲਤੀਆਂ ਨੇ, ਤਰੁੱਟੀਆਂ ਨੇ, ਉਹਨਾਂ ਨੂੰ ਸੁਧਾਰ ਕੇ ਸਿੱਧੇ ਤੌਰ ਤੇ ਭਾਜਪਾ ਨੂੰ ਟੱਕਰ ਦਿੱਤੀ ਜਾ ਸਕੇ। ਕਿਉਂਕਿ ਬਹੁਤ ਸਾਰੇ ਬੁੱਧੀਜੀਵੀ ਚਿੰਤਕ ਮੰਨਦੇ ਨੇ ਕਿ ਭਾਜਪਾ ਦਾ ਜੇ ਬਦਲ ਹੈਗਾ ਜਾਂ ਟਕਰਾਵ ਹੈਗਾ ਕਿਸੇ ਨਾਲ, ਤਾਂ ਉਹ ਕਾਂਗਰਸ ਹੀ ਹੈਗੀ। ਕਿਉਂਕਿ ਬਹੁਤ ਲੰਮੇ ਸਮੇਂ ਤੋਂ ਪੰਜਾਬ ਦੀ ਗੱਲ ਕਰ ਲਈਏ, ਦੇਸ਼ ਦੀ ਗੱਲ ਕਰ ਲਈਏ, ਤਾਂ ਵੱਖ-ਵੱਖ ਸੂਬਿਆਂ ਦੀ ਗੱਲ ਕਰ ਲਈਏ, ਤਾਂ ਇਹ ਧਿਰ ਕੰਮ ਕਰਦੀ ਰਹੀ ਹੈ। ਸਾਡੇ ਨਾਲ ਹਮੀਰ ਸਿੰਘ ਜੀ ਨੇ, ਸੀਨੀਅਰ ਪੱਤਰਕਾਰ ਨੇ, ਗੱਲਬਾਤ ਕਰਕੇ ਸਮਝਣਾ ਹੈਗਾ ਕਿ ਜਿਹੜੇ ਪੀਕੇ ਦੇ ਉੱਪਰ ਡੋਰਾਂ ਨੇ ਕਾਂਗਰਸ ਦੀਆਂ, ਕੇਂਦਰੀ ਕਾਂਗਰਸ ਦੀਆਂ ਖਾਸ ਕਰਕੇ, ਇਹ ਕੀ ਇਸ ਦਾ ਆਉਣ ਵਾਲੇ ਭਵਿੱਖੀ ਦਿਨਾਂ ਦੇ ਵਿੱਚ ਨਤੀਜਾ ਨਿਕਲੇਗਾ? ਹਮੀਰ ਜੀ, ਸਭ ਤੋਂ ਪਹਿਲਾਂ ਤਾਂ ਇਹ ਬੜੀ ਅਹਿਮ ਚਰਚਾ ਹੈਗੀ ਹੈ ਕਿ ਪੀਕੇ ਦੇ ਸਿਰ ਦੇ ਉੱਤੇ ਕਾਂਗਰਸ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲੱਗਦਾ ਕਿ ਇਹ ਚੀਜ਼ ਸੰਭਵ ਹੈਗੀ ਇਸੇ? ਹਾਂ, ਟਰਾਈ ਅਜੇ ਕਾਂਗਰਸ 'ਚ ਵੀ ਇੱਕ ਮਤ ਨਹੀਂ ਹੈ। ਉਹਨਾਂ ਦੇ ਲੀਡਰਾਂ ਦੇ ਵਿੱਚ ਵੀ ਕਿਸੇ ਦੀ ਅਪਰੋਚ ਹੋਰ ਹੈ, ਕਿਸੇ ਦੀ ਹੋਰ ਹੈ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਕਾਂਗਰਸ ਇਲੈਕਸ਼ਨ ਦਰ ਇਲੈਕਸ਼ਨ ਹਾਰ ਰਹੀ ਹੈ। ਅੰਦਰ ਵੀ ਗੜਬੜ ਹੈ। 23 ਬੰਦਿਆਂ ਨੇ 2 ਸਾਲ ਪਹਿਲਾਂ ਲਿਖਿਆ ਸੀਗਾ ਕਿ ਕਾਂਗਰਸ ਦੇ ਵਿੱਚ ਬਹੁਤ ਕੁਝ ਬਦਲਣ ਵਾਲਾ ਹੈ ਔਰ ਰੈਗੂਲਰ ਪ੍ਰਧਾਨ ਚਾਹੀਦਾ ਹੈ, ਇੰਟਰਨਲ ਡੈਮੋਕ੍ਰੇਸੀ ਚਾਹੀਦੀ ਹੈ, ਸਟੇਟ ਜੁਨਟਾਂ ਨੂੰ ਫਰੀਡਮ ਚਾਹੀਦੀ ਹੈ। ਕਿੰਨੇ ਪੁਆਇੰਟ ਉਹਨਾਂ ਨੇ ਉਠਾਏ। ਜਿਹੜਾ ਗਰੁੱਪ 23 ਹੈ ਜਿਹੜਾ ਲਿਖ ਰਿਹਾ, ਹਾਂ, ਔਰ ਉਹ ਜਿਹੜਾ ਸਾਰਾ ਸਵਾਲ ਸੀਗੇ ਉਹਨੂੰ ਤਾਂ ਉਹ ਐਡਰੈਸ ਨਹੀਂ ਕਰ ਰਹੇ ਫਿਲਹਾਲ ਨਾ। ਵੀ ਚੋਣਾਂ ਹੋ ਕੇ ਤੁਹਾਡੇ ਪ੍ਰਧਾਨ ਬਣਨ, ਚੋਣਾਂ ਹੋ ਕੇ ਤੁਹਾਡੇ ਬੰਦੇ ਬਣਨ, ਜਿਹਨੂੰ ਲੋਕਾਂ 'ਚ ਇੱਕ ਆਸਥਾ ਹੋਵੇ। ਦੂਜੀ ਗੱਲ ਇਹ ਹੈ ਵੀ ਇਹਦੇ 'ਚ ਪੋਲਿਟਿਕਸ ਜਿਹੜੀ ਹੁੰਦੀ ਹੈ, ਦੇਸ਼ ਚੱਲਣਾ ਕਿਵੇਂ ਹੈ, ਉਹਦੇ ਲਈ ਤੁਹਾਡਾ ਕੋਈ ਵਿਚਾਰਧਾਰਕ ਸਟੈਂਡ ਹੁੰਦਾ ਹੈ ਨਾ। ਪੀਕੇ ਦਾ ਕੋਈ ਵਿਚਾਰਧਾਰਕ ਸਟੈਂਡ ਤਾਂ ਹੈ ਨਹੀਂ। ਉਹ ਇੱਕ ਬੰਦਾ ਆਇਆ ਪ੍ਰੋਫੈਸ਼ਨਲ। ਉਹ ਕਹਿੰਦਾ ਮੈਨੂੰ ਮੈਨੇਜਮੈਂਟ ਆਉਂਦੀ ਹੈ। ਮੈਨੇਜਮੈਂਟ ਵੀ ਇਹ ਹੈ ਵੀ ਕਿੰਨੀ ਸੋਸ਼ਲ ਇੰਜੀਨੀਅਰਿੰਗ ਕਿਹੋ ਜਿਹੀ ਹੈ, ਕਿੱਥੇ ਕਿਹੜੀ ਕਾਸਟ ਹੈ, ਇਹਨੂੰ ਇੱਥੇ ਫਿੱਟ ਕਰ ਦਿਓ, ਕਿਹੜਾ ਮੁੱਦਾ ਲੋਕਾਂ ਦੇ ਜ਼ੁਬਾਨ 'ਤੇ ਚੜ੍ਹ ਜੂਗਾ, ਉਹਨੂੰ ਐਵੇਂ ਕਰ ਦਿਓ। ਉਹ ਸਾਰੀਆਂ ਜਿਹੜੀਆਂ ਮੈਨੇਜਮੈਂਟਾਂ ਦੇ ਇੱਕ ਗੱਲ ਹੈ, ਉਹਦਾ ਰੋਲ ਹੁੰਦਾ, ਪਰ ਉਹ ਸਭ ਕੁਝ ਨਹੀਂ ਹੁੰਦਾ। ਜੇ ਤੁਸੀਂ ਰੋਲ ਦੀ ਗੱਲ ਕਰੋਗੇ ਤੇ 2007 ਦੀਆਂ ਚੋਣਾਂ ਤੋਂ ਬਾਅਦ ਪੰਜਾਬ 'ਚ CEO ਦੇ ਰੋਲ 'ਚ ਸੁਖਬੀਰ ਸਿੰਘ ਬਾਦਲ ਆਇਆ ਸੀ ਤੇ ਲੋਕਾਂ ਨੂੰ ਇਹ ਲੱਗਾ ਬੜੀ ਮੈਨੇਜਮੈਂਟ ਹੈ, ਗ੍ਰਾਸ ਰੂਟ ਲੈਵਲ ਦੀ ਮੈਨੇਜਮੈਂਟ ਹੈ। ਇਹ ਤਾਂ ਮਹੱਲੇ ਲੈਵਲ 'ਤੇ ਬੰਦਿਆਂ ਦੀ ਇੰਨੀ ਜ਼ਿਆਦਾ ਉਹ ਹੈ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਚੱਲਦੀਆਂ ਗਈਆਂ, ਚਾਹੇ 2012 'ਚ ਵੀ ਤੁੱਕਾ ਲੱਗ ਗਿਆ, ਤੁੱਕਾ ਕਾਂਗਰਸ ਦੀ ਨਲਾਇਕੀ ਕਰਕੇ ਲੱਗਿਆ। ਇਹਨਾਂ ਨੇ ਆਪਣੇ ਬੰਦੇ ਆਪ ਹਰਾਏ, ਬਾਕੀ ਚੀਜ਼ਾਂ ਕੀਤੀਆਂ। ਪਰ ਤੁਸੀਂ ਘੌਰਾ ਬਣਾਤਾ ਮੈਨੇਜਮੈਂਟ। ਹੁਣ 2 ਇਲੈਕਸ਼ਨਾਂ 'ਚ ਮੈਨੇਜਮੈਂਟ ਕਿੱਧਰ ਗਈ?
ਇਸ ਲਈ ਕੱਲੀ ਮੈਨੇਜਮੈਂਟ ਤਾਂ ਹੁਣ ਵੀ ਉਹਨੇ ਸਭ ਤੋਂ ਪਹਿਲਾਂ ਕੈਂਡੀਡੇਟ ਅਨਾਉਂਸ ਕੀਤੇ, ਸਭ ਤੋਂ ਪਹਿਲਾਂ ਕੰਪੇਨਾਂ ਕੀਤੀਆਂ, ਸਭ ਤੋਂ ਪਹਿਲਾਂ ਵੱਡੀਆਂ ਰੈਲੀਆਂ ਕੀਤੀਆਂ, ਔਰ ਨਾ ਪੈਸੇ ਦੀ ਕਸਰ ਛੱਡੀ ਤੇ ਨਾ ਲੋਕਲ ਲੈਵਲ ਤੇ ਛੱਡੀ, ਪਰ ਨਹੀਂ ਆਏਗਾ। ਹਾਂ, ਕਿਉਂਕਿ ਮਨੁੱਖੀ ਜਿਹੜਾ ਮਨੋਵਿਗਿਆਨ ਹੈ ਉਹ ਇੰਨਾ ਸੌਖਾ ਨਹੀਂ, ਉਹ ਇੰਨਾ ਕੰਪਲੈਕਸ ਹੈ ਕਿ ਉਹ ਬਾਰ-ਬਾਰ ਇੱਧਰ ਉੱਧਰ ਮਤਲਬ ਜਦੋਂ ਜਾਂਦਾ ਹੈ ਤਾਂ ਬੰਦੇ ਦੀ ਜਾਂ ਕਿਸੇ ਇੰਸਟੀਟਿਊਸ਼ਨ ਦੀ ਸਮਰੱਥਾ ਜ਼ਰੂਰੀ ਨਹੀਂ ਹੈ ਉਹਦੇ ਜਿੰਨੀ ਹੋਵੇ ਉਹਦੀ ਥਾਂ ਪਾ ਸਕੇ ਕਿਸੇ ਵੀ। ਜਿਸ ਤਰੀਕੇ ਦੇ ਨਾਲ ਦੇਸ਼ ਦੀ ਅਸੀਂ ਗੱਲ ਕਰਦੇ ਹਾਂ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰਦੇ ਹਾਂ ਤਾਂ ਉੱਥੇ ਇੱਕ ਨਾਰਾ ਦਿੱਤਾ ਜਾਂਦਾ ਅਬ ਕੀ ਬਾਰ ਮੋਦੀ ਸਰਕਾਰ। ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਭੁਗਤਦੇ ਨੇ ਤਾਂ ਇੱਕ ਨਾਰਾ ਦਿੱਤਾ ਜਾਂਦਾ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਸਫਲਤਾਵਾਂ ਲਗਾਤਾਰ ਮਿਲੀਆਂ ਨੇ ਉਹਨਾਂ ਨੂੰ। ਕੀ ਇਹ ਜਿਹੜੀ ਬੀਜੇਪੀ ਦੀ ਹਵਾ ਚੱਲ ਰਹੀ ਹੈ ਇਹ ਉਹਨਾਂ ਸਫਲਤਾਵਾਂ ਦੇ ਉੱਪਰ ਕਾਟ ਬਣ ਸਕਦੀ ਹੈ ਤੁਹਾਡੇ ਹਿਸਾਬ ਨਾਲ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਮੈਨੇਜਮੈਂਟ ਹੁੰਦੀ ਹੈ, ਮੈਨੇਜਮੈਂਟ ਹਰੇਕ ਵਾਰੀ ਕੰਮ ਨਹੀਂ ਆਉਂਦੀ, ਪਰ ਇੱਥੇ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ ਹੁਣ, ਜਿਸ ਤਰੀਕੇ ਨਾਲ ਡੋਰਾਂ ਇੱਕ ਹਿਸਾਬ ਨਾਲ ਕਾਂਗਰਸ ਦੇ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ ਪੀਕੇ ਦੇ ਉੱਪਰ, ਲੱਗਦਾ ਕਿ ਉਹ ਵਾਲੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖੀਆਂ ਜਾ ਰਹੀਆਂ ਕਿ ਮੋਦੀ ਨੂੰ ਜਿਤਾਇਆ, ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾਇਆ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਮੋਦੀ ਨੂੰ ਜਿਤਾਉਣ 'ਚ ਵੀ ਉਹਦਾ ਐਡਾ ਵੱਡਾ ਰੋਲ ਜਾਂ ਫਲਾਨਾ ਹੈ। ਮੋਦੀ ਕਾਹਦੇ ਤੇ ਆਇਆ ਤੁਸੀਂ ਦੇਖੋ ਕਿ ਉਹ ਇੱਕ ਏਜੰਡੇ ਤੇ ਆਇਆ ਹੈ, ਹਿੰਦੂਤਵੀ ਏਜੰਡੇ ਤੇ। ਮੋਦੀ ਡਬਲ ਕੰਮ ਤੇ ਆਇਆ। ਇੱਕ ਜਿਹੜੀ ਮਨਮੋਹਨ ਸਿੰਘ ਦੀ ਸੈਕੰਡ ਸਰਕਾਰ ਸੀ ਉਹਦੇ 'ਚ ਕਰਪਸ਼ਨ ਦਾ ਇੱਕ ਸਕੈਂਡਲ ਬਹੁਤ ਬੜਾ ਸੀ। ਕਰਪਸ਼ਨ ਦੇ ਵਿੱਚ ਓਡਾ ਵੱਡਾ ਸਕੈਂਡਲ ਚਾਹੇ ਨਹੀਂ ਸੀ, ਪਰ ਨਰਿੰਦਰ ਮੋਦੀ ਨੇ, ਔਰ ਕਿਹਾ ਇਹ ਜਾਂਦਾ ਕਿ ਆਰਐਸਐਸ ਨੇ ਇੱਕ ਹੋਰ ਰੂਟ ਲਿਆ। ਉਹ ਰੂਟ ਅੰਨਾ ਅੰਦੋਲਨ ਦੇ ਵਜੋਂ ਆਇਆ ਸੀ। ਅੰਨਾ ਅੰਦੋਲਨ ਨੇ ਡੈਮੇਜ ਕੀਤਾ ਕਾਂਗਰਸ ਨੂੰ, ਤੇ ਉਹਦਾ ਫਾਇਦਾ ਕਿਹਨੂੰ ਹੋਣਾ ਸੀ? ਸੁਭਾਵਿਕ ਤੌਰ ਤੇ ਇਹ ਸੀ ਕਿ ਨਰਿੰਦਰ ਮੋਦੀ ਦੇ ਗਰੁੱਪ ਨੂੰ ਫਾਇਦਾ ਹੋਣਾ ਸੀ, ਬੀਜੇਪੀ ਨੂੰ ਫਾਇਦਾ ਹੋਣਾ ਸੀ। ਮਤਲਬ ਜਿਹੜੀ ਪੋਲਿਟਿਕਸ ਦੀ ਇੱਕ ਪਰਸੈਪਸ਼ਨ ਗੇਮ ਹੈ, ਉਹ ਪਰਸੈਪਸ਼ਨ ਗੇਮ 'ਚ ਤੁਸੀਂ ਕਿਸੇ ਨੂੰ ਬਿਲਕੁਲ ਉੱਥੇ ਖੜਾਤਾ ਕਰਕੇ ਕਿ ਕਰਪਟ ਨੇ, ਔਰ ਬਾਅਦ ਦੇ ਵਿੱਚ ਉਹ ਕਾਇਗ ਦੀਆਂ ਰਿਪੋਰਟਾਂ ਵੀ, ਜੇ ਰਿਪੋਰਟਾਂ ਤੇ ਵੀ ਸਵਾਲ ਉੱਠੇ, ਕੁਝ ਨਹੀਂ ਨਿਕਲਿਆ, ਪਰ ਇੱਕ ਵਾਲੇ ਤਾਂ ਤੁਸੀਂ ਬਣਾਤਾ ਨਾ ਇਸੇ ਲੈਵਲ ਦੇ ਉੱਤੇ। ਜਿਵੇਂ 89 ਦੇ ਵਿੱਚ ਰਾਜੀਵ ਗਾਂਧੀ ਚੋਰ ਹੈ ਦੇ ਨਾਅਰੇ ਲੱਗੇ, ਬੀਪੀ ਸਿੰਘ ਬਣ ਗਿਆ ਜਿਹਦਾ ਕੋਈ ਬਹੁਤ ਜ਼ਿਆਦਾ ਬੜਾ ਪ੍ਰਭਾਵ ਨਹੀਂ ਸੀ ਉਸ ਪੱਧਰ ਦੇ ਉੱਤੇ। ਕਿਹੜਾ ਐਂਗਲ ਕਿਹੜਾ ਕਿੱਧਰ ਚੱਲ ਜਾਂਦਾ ਇਹ ਬਹੁਤ ਬੜਾ ਸਵਾਲ ਹੈ। ਦੂਜੀ ਗੱਲ ਇਹ ਹੈ ਕਿ ਬੀਜੇਪੀ ਨੇ ਕੱਲੀ ਸ਼ਾਇਦ ਇਸੇ ਕਰਕੇ ਪੀ ਕੇ ਦੁਬਾਰਾ ਉੱਥੇ ਨਹੀਂ ਗਿਆ, ਜਾਂ ਉਹਨੂੰ ਲੋੜ ਨਹੀਂ ਮਹਿਸੂਸ ਹੋਈ ਬੀਜੇਪੀ ਨੂੰ। ਕਿਉਂ ਨਹੀਂ ਹੋਈ? ਕਿਉਂਕਿ ਉਹਨੂੰ ਲੱਗਿਆ ਕਿ ਹੁਣ ਇਹ ਮੌਕਾ ਹੈ, ਆਪਾਂ ਇੰਨਾ ਆਪਣਾ ਬੇਸ ਬਣਾ ਲਿਆ। ਮੈਨੂੰ ਇਹ ਲੱਗਦਾ ਕਿ ਦੇਸ਼ 'ਚ ਜੇਕਰ ਕੋਈ ਪਾਰਟੀ ਆਪਣੀ ਵਿਚਾਰਧਾਰਾ ਪ੍ਰਤੀ ਸਮਰਪਣ ਨਾਲ ਕੰਮ ਕਰ ਰਹੀ ਹੈ, ਹੋਰ ਬਹੁਤ ਐ ਬਨੇ ਉਹ ਸਵਾਲ ਹੈ, ਉਹ ਕੱਲੀ ਬੀਜੇਪੀ ਬਚੀ ਹੈ। ਬੀਜੇਪੀ ਕਿਉਂਕਿ ਹਿੰਦੂਤਵ ਦੇ ਏਜੰਡੇ ਨੂੰ ਲੈ ਕੇ ਚੱਲੀ ਹੈ, ਉਹਨੇ ਜੰਮੂ ਕਸ਼ਮੀਰ ਤੋੜ ਕੇ ਉਹ ਧਰਤਾ, ਚਾਹੇ ਕਾਨੂੰਨੀ ਆ ਗੈਰ ਕਾਨੂੰਨੀ ਆ ਉਹ ਬਾਅਦ 'ਚ ਪਤਾ ਲੱਗੂ, ਜੋ ਮਰਜ਼ੀ ਹੈ ਨਾ। ਉਹਨੇ ਕਾਮਨ ਸਿਵਲ ਕੋਡ ਵੀ ਹੁਣ ਆ ਜਾਊਗਾ, ਟ੍ਰਿਪਲ ਤਲਾਕ ਤਾਂ ਆ ਹੀ ਗਿਆ ਜਿਹੜਾ ਉਹਨੇ ਲੈ ਕੇ ਆਇਆ ਉਸ ਪੱਧਰ ਦੇ ਉੱਤੇ। ਉਹਨੇ ਨਾਗਰਿਕ ਸੋਧ ਬਿੱਲ ਲੈ ਕੇ ਆਂਦਾ ਤੇ ਜਿਹਨੇ ਮੁਸਲਿਮ ਨੂੰ ਚੱਕ ਕੇ ਬਾਹਰ ਕੱਢਤਾ। ਉਹ ਕਿਸੇ ਮੁਸਲਿਮ ਨੂੰ ਪਾਰਲੀਮੈਂਟ ਦੇ ਵਿੱਚ ਟਿਕਟ ਨਹੀਂ ਦਿੰਦੀ, ਮੰਤਰੀ ਨਹੀਂ ਬਣਾਉਂਦੀ ਉਸ ਪੱਧਰ ਦੇ ਉੱਤੇ ਜਿੰਨੀ ਉਹਨਾਂ ਦੀ ਗਿਣਤੀ ਹੈ, ਕੋਈ ਤਵੱਜੋ ਨਹੀਂ ਹੈ। ਆਹ ਹੁਣ ਬਲਡੋਜ਼ਰ ਚੱਲ ਰਹੇ ਨੇ, ਤੁਹਾਡੇ ਸਾਹਮਣੇ ਨੇ ਬਲਡੋਜ਼ਰ। ਇਹ ਉਹਦਾ ਏਜੰਡਾ ਹੈ ਪੋਲਰਾਈਜੇਸ਼ਨ ਦਾ, ਹੈ ਨਾ। ਇਸ ਪੋਲਰਾਈਜੇਸ਼ਨ ਨੂੰ ਕਾਊਂਟਰ ਕਰਨ ਲਈ ਹੁਣ ਇੱਕ ਤਰੀਕਾ ਤਾਂ ਪੀਕੇ ਸਟਾਈਲ ਹੈ। ਪੀਕੇ ਸਟਾਈਲ ਕੀ ਹੈ ਕਿ ਜੇ ਆਪਾਂ ਆਪੋਜੀਸ਼ਨ ਇਕੱਠੀ ਕਰਦੀ ਹੈ ਤੇ ਫਿਰ ਇਕੱਠੀ ਆਪੋਜੀਸ਼ਨ ਸ਼ਾਇਦ ਉਹਨੂੰ ਉਨੀਆਂ ਕੁ ਵੋਟਾਂ ਦੀ ਗਿਣਤੀ ਮਿਲਦੀ ਹੈ ਵੀ ਸ਼ਾਇਦ ਇਹ ਹਟ ਜੇ, ਸ਼ਾਇਦ ਇਹ ਥੋੜਾ ਘਣਾ ਚਿਰ ਕੰਮ ਦੇ ਦਿੰਦਾ, ਇੱਕ ਅੱਧੀ ਵਾਰੀ ਇਹ ਦੇ ਵੀ ਦੱਸ ਸਕਦਾ, ਕਿਉਂਕਿ ਸੋਸ਼ਲ ਇੰਜੀਨੀਅਰਿੰਗ ਦਾ ਜਿਹੜਾ ਸਵਾਲ ਹੈ, ਜਿਵੇਂ ਮਾਇਆਵਤੀ ਨੇ ਵੀ ਇੱਕ ਵਾਰੀ ਕੀਤੀ ਸੀ ਯੂਪੀ 'ਚ ਕਿ ਇੰਨੀਆਂ ਵੋਟਾਂ ਮੈਂ ਜੱਟਾਂ ਨੂੰ, ਇੰਨੀਆਂ ਵੋਟਾਂ ਮੈਂ ਇਹਨੂੰ, ਇੱਕ ਸੋਸ਼ਲ ਇੰਜੀਨੀਅਰਿੰਗ ਹੈ। ਉਹਨੂੰ ਕਿਹਾ ਗਿਆ ਕਿ ਕਾਮਯਾਬ ਹੈ, ਮੁੜ ਕੇ ਕਿੱਥੇ ਗਿਆ? ਮੁੜ ਕੇ ਉਹ ਵੀ ਨਹੀਂ ਚੱਲੀ, ਹੈ ਨਾ, ਨਜ਼ਰ ਨਹੀਂ ਚੱਲੀ। ਔਰ ਸਿਆਸਤ ਬਹੁਤ ਪੱਕੀ ਹੁੰਦੀ ਹੈ। ਸਿਆਸਤ ਦੇ ਵਿੱਚ ਸਭ ਤੋਂ ਬੜਾ ਕੁਐਸਚਨ ਇਹ ਹੁੰਦਾ ਕਿ ਜਦੋਂ ਤੁਸੀਂ ਟਰੈਪ 'ਚ ਫਸ ਗਈ ਕਾਂਗਰਸ ਬੀਜੇਪੀ ਦੇ 'ਚ, ਟਰੈਪ ਦਾ ਮਤਲਬ ਕੀ ਹੈ? ਤੁਸੀਂ ਕਹਿੰਦੇ ਸੀ ਅਸੀਂ ਧਰਮ ਨਿਰਪੱਖ ਪਾਰਟੀ, ਤੁਸੀਂ ਕਹਿੰਦੇ ਸੀ ਅਸੀਂ ਸੈਕੂਲਰ ਪਾਰਟੀ ਦੇ ਨਾਲ ਨਾਲ ਸੋਸ਼ਲਿਸਟ ਵੀ, ਅਸੀਂ ਮਿਸ਼ਰਤ ਇਕਨੋਮੀ ਵਾਲੀ, ਬਾਕੀ ਜੇ ਉਹ। ਤਾਂ ਕੀ ਕੀਤਾ? ਜਦੋਂ ਰਾਹੁਲ ਗਾਂਧੀ ਗੁਜਰਾਤ 'ਚ ਗਿਆ ਮੰਦਰ ਓਪਨ ਜਨੇਊ ਦਿਖਾ ਕੇ, ਇਹਦਾ ਮਤਲਬ ਪੋਲੀਟੀਕਲੀ ਤਾਂ ਤੁਸੀਂ ਬੀਜੇਪੀ ਦੇ ਟਰੈਪ 'ਚੋਂ, ਤੁਸੀਂ ਉਹਦੇ ਨਾਲ ਟੱਕਰ ਨਹੀਂ ਲੈ ਰਹੇ। ਤੁਸੀਂ ਕੁਝ ਗੱਲਾਂ ਤੇ, ਪਰ ਆਈਡੀਓਲੋਜੀਕਲੀ ਜਿਹੜਾ ਵੱਡਾ ਟਰੈਪ ਹੈ ਬੀਜੇਪੀ ਦਾ, ਤੁਸੀਂ ਉਹਦੇ ਵਿੱਚੋਂ। ਕਾਂਗਰਸ ਸੌਫਟ ਹਿੰਦੂਤਵ ਤੇ ਚੱਲਦੀ ਰਹੀ, ਬੀਜੇਪੀ ਖੁੱਲੇ ਹਿੰਦੂਤਵ ਤੇ। ਤਾਂ ਸੌਫਟ ਤੇ ਖੁੱਲੇ ਦੇ ਵਿੱਚੋਂ ਕੌਣ ਜਿੱਤੂਗਾ? ਉਹ ਤਾਂ ਖੁੱਲੇ ਵਾਲਾ ਜਿੱਤਦਾ ਹਮੇਸ਼ਾ, ਉਸ ਪਾਸੇ ਵੱਲ ਚੱਲਦਾ। ਹੁਣ ਜਿਹੜਾ ਜਿੱਥੇ ਆ ਕੇ ਖੜ ਕੇ ਬਾਰ-ਬਾਰ ਇਲੈਕਸ਼ਨਾਂ ਜਿੱਤਣੀਆਂ, ਬਾਰ-ਬਾਰ ਹਾਰਨ ਦਾ ਸਵਾਲ, ਇੱਕ ਪਾਸੇ ਦਾ ਪੀ ਕੇ ਬਿਆਨ ਦਿੰਦਾ ਕਿ ਕਾਂਗਰਸ ਦਾ ਦੌਰ ਹੁਣ ਖਤਮ ਹੋ ਗਿਆ, ਇਹ ਹੁਣ ਜੇਤੂ ਵਾਲਾ ਕੰਮ ਨਹੀਂ ਇਹਦੇ ਵਿੱਚ। ਉਹਦਾ ਰੀਜਨ ਇਹ ਹੋ ਗਿਆ, ਜਿਵੇਂ ਜਿਹੜੀ ਗੱਲ ਤਾਂ ਹੁਣ ਬੀਜੇਪੀ ਵੀ ਬਾਹਲੇ ਸਾਲਾਂ ਦੀ ਗੱਲ ਨਹੀਂ ਹੈ। ਕਾਂਗਰਸ ਦਾ ਤੁਸੀਂ ਦੇਖੋਗੇ 52 'ਚ ਪਹਿਲੀ ਇਲੈਕਸ਼ਨ ਹੁੰਦੀ ਹੈ, 52 ਤੋਂ ਲੈ ਕੇ 67 ਤੱਕ ਇੱਕ ਸਤਰ ਰਾਜ ਸੀ, ਕਿਸੇ ਸੂਬੇ 'ਚ ਵੀ ਕੋਈ ਪਾਰਟੀ ਮਤਲਬ ਉਸ ਲੈਵਲ ਤੇ ਨਹੀਂ, ਹੈ ਨਾ। ਪਰ ਐ ਨਹੀਂ ਸੀ ਵੀ ਉਹ ਉਦੋਂ ਤੋਂ ਲੋਕ ਲੱਗੇ ਨਹੀਂ ਹੋਣਗੇ, ਲੋਕ ਤਾਂ ਉਦੋਂ ਤੋਂ ਲੱਗੇ ਹੋਏ ਸੀ, ਖੇਤਰੀ ਪਾਰਟੀਆਂ ਲੱਗੀਆਂ ਹੋਈਆਂ ਸੀ। 67 'ਚ ਆ ਕੇ 8 ਰਾਜਾਂ 'ਚ ਹੋ ਗਈ, ਫਿਰ ਵੀ ਉਹਨੇ ਸਭ ਕਰੀ ਲਿਆ। ਫਿਰ ਉਹਦੇ ਅੰਦਰੂਨੀ ਵੀ ਫੁੱਟਾਂ ਪਈਆਂ, ਫਿਰ ਕਾਂਗਰਸ ਇੰਦਰਾ ਬਣ ਗਈ, ਫਿਰ ਬਾਕੀ ਬਣ ਗਈ।
ਪਰ ਜਿਵੇਂ ਜਿਵੇਂ ਉਹਨੇ ਸੈਂਟਰਲਾਈਜ਼ ਕੀਤਾ ਸੂਬਿਆਂ ਦੇ ਵਿੱਚ, ਪਹਿਲਾਂ ਉਹਦੇ ਵੱਡੇ ਵੱਡੇ ਲੀਡਰ ਸੀ ਸਾਰਿਆਂ 'ਚ, ਉਹ ਆਪਣਾ ਸੂਬਾ ਜਿਤਾਉਂਦੇ ਸੀ। ਹੁਣ ਪੰਜਾਬ ਦੇ ਵਿੱਚ ਕਦੇ ਵੀ ਨਹਿਰੂ ਪਰਿਵਾਰ ਦੇ ਨਾਂ ਤੇ ਵੋਟਾਂ ਨਹੀਂ ਮਿਲੀਆਂ, ਨਾ ਮਿਲਣ ਦੀ ਸੰਭਾਵਨਾ ਹੈ ਨਾ। ਇੱਥੇ ਆਪਦੇ ਵੱਡੇ ਕੱਦ ਦੇ ਲੀਡਰ ਸੀ, ਜਦੋਂ ਕਾਂਗਰਸ ਬਣਦੀ ਸੀ ਤਾਂ ਬਣਦੀ ਸੀ, ਨਹੀਂ ਤਾਂ ਨਹੀਂ ਸੀ ਬਣਦੀ ਹੈ ਨਾ। ਉਹ ਹੁਣ ਵੱਡੇ ਕੱਦ ਤੁਸੀਂ ਖਤਮ ਕਰਤੇ। ਹੌਲੀ ਹੌਲੀ ਜਦੋਂ ਵੱਡਾ ਕੱਦ ਆਲੇ ਦੁਆਲੇ ਹੁੰਦਾ ਨਾ, ਉਹ ਪਹਿਲਾਂ ਪਿਆਦਾ ਮਰਦਾ, ਫਿਰ ਦੂਜਾ ਮਰਦਾ, ਉਹ ਰਾਣੀ ਵੀ ਮਰ ਜਾਂਦੀ ਹੈ, ਰਾਜਾ ਨੂੰ ਬਚਾਉਣ ਵਾਲਾ ਕੌਣ ਲਊਗਾ? ਉਹ ਵੀ ਮਰੂਗਾ। ਇਹ ਉੱਥੇ ਆ ਕੇ ਖੜੀ ਹੋ ਗਈ ਚੈਸ ਦੀ ਗੇਮ ਵਾਂਗ। ਤੇ ਇਸੇ ਕਰਕੇ ਸਟਰਕਚਰ ਤੁਹਾਡਾ ਕੋਈ ਨਹੀਂ ਹੈ, ਮੋਟੀਵੇਸ਼ਨ ਕੋਈ ਨਹੀਂ ਹੈ। ਬੰਦਾ ਤੁਹਾਡੇ ਲਈ ਲੜੇ ਕਿਉਂ? ਹੱਡਾਂ 'ਚ ਕਰਪਸ਼ਨ ਫਸੀ ਹੋਈ ਹੈ ਤੇ ਆ ਕੇ ਨਵੀਂ ਲੀਡਰਸ਼ਿਪ ਕਿਤੇ ਦਿਖਾਈ ਨਹੀਂ ਦਿੰਦੀ। ਉਹਦੇ 'ਚ ਜਿਹੜਾ ਕ੍ਰਾਈਸਿਸ ਅੱਜ ਅਕਾਲੀ ਦਲ ਦਾ ਛੱਡੋ, ਉਹਦਾ ਕਾਂਗਰਸ ਦਾ ਵੱਡੀ ਸੀ। ਅਗਲਾ ਕਹਿੰਦਾ ਕਮੇਟੀ ਬਣਾਈ, ਜੇ ਉਹਨਾਂ ਨੂੰ ਕਹਿੰਦੇ ਵੀ ਉਹੀ ਬੰਦੇ ਤਾਂ ਤੁਸੀਂ ਕਮੇਟੀ 'ਚ ਬਣਾਤੇ ਜਿਹੜੇ ਬੰਦੇ ਕਰਪਟ ਜਾਂ ਜਿਨ੍ਹਾਂ ਤੇ ਲੋਕ ਇਹ ਕਹਿੰਦੇ ਨੇ, ਉਹ ਕਹਿੰਦੇ ਹੋਰ ਦੱਸੋ ਕਿਹੜਾ ਬਣਾਈਏ? ਹੋਰ ਉਹਨਾਂ ਨੂੰ ਨਹੀਂ ਬੰਦਾ ਲੱਭਦਾ, ਤੁਹਾਨੂੰ ਵੀ ਉਲਟਾ ਸਵਾਲ ਕਰਦੇ ਵੀ ਹੋਰ ਬੰਦਾ ਦੱਸ ਦਿਓ ਕਿਹੜਾ ਬਣਾਈਏ, ਹੋਰ ਬਚਿਆ ਕਿਹੜਾ? ਮਤਲਬ ਜਦੋਂ ਇੱਕ ਤਰੀਕਾ ਤੁਸੀਂ ਉੱਥੇ ਤੱਕ ਲੈ ਜਾਂਦੇ ਹੋ, ਫਿਰ ਤੁਹਾਡੇ ਕੋਲ ਇੱਕ ਓਵਰਹਾਲਿੰਗ ਤੋਂ ਬਿਨਾਂ ਪੈਚ ਵਰਕ ਨਹੀਂ ਫਿਰ ਕੰਮ ਕਰਦਾ, ਫਿਰ ਓਵਰਹਾਲਿੰਗ ਦੀ ਲੋੜ। ਉਹੀ ਗੱਲ ਚੱਲ ਰਹੀ ਹੈ ਕਿ ਮੁੜ ਇੱਕ ਨਵੀਂ ਕਾਂਗਰਸ ਸਿਰਜਣ ਦੀ ਗੱਲ ਚੱਲ ਰਹੀ ਹੈ, ਪਰ ਉਹ ਜ਼ਰੀਆ ਕਹਿੰਦੇ ਪੀਕੇ ਨੂੰ ਬਣਾਇਆ ਜਾ ਰਿਹਾ। ਇਹ ਮੁੜ ਕਾਂਗਰਸ ਸਿਰਜੀ ਜਾ ਸਕਦੀ ਹੈ, ਕਿਉਂਕਿ ਸਭ ਤੋਂ ਵੱਡੀ ਗੱਲ ਜਿਵੇਂ ਤੁਸੀਂ ਅਕਾਲੀ ਦਲ ਦੀ ਛੇੜੀ, ਕਹਿੰਦੇ ਕਿ ਹਾਰ ਦਾ ਜ਼ਿੰਮਾ ਲੈਣਾ ਪਊਗਾ ਤਾਂ ਪ੍ਰਧਾਨ ਨੂੰ ਲੈਣਾ ਪਊਗਾ, ਤਾਂ ਪ੍ਰਧਾਨ ਨੂੰ ਅਸਤੀਫਾ ਦੇਣਾ ਪਊਗਾ। ਕਹਿੰਦੇ ਹੋਰ ਦੱਸੋ ਚਿਹਰਾ ਕਿਹੜਾ ਹੈਗਾ? ਤਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਹੈ, ਕੋਈ ਚਰਚਾ ਨਹੀਂ ਚੱਲੀ। ਤਾਂ ਉਹੀ ਹਾਲ ਕਾਂਗਰਸ ਦੀ ਵੱਡੀ ਹਾਈਕਮਾਨ ਦਾ, ਹੋਰ ਚਿਹਰਾ ਕਿਹੜਾ ਹੈਗਾ? ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਜਾਂ ਗਾਂਧੀ ਪਰਿਵਾਰ ਤੋਂ ਇਲਾਵਾ। ਤਾਂ ਜੇ ਅਸੀਂ ਕਹਿਣਾ ਰੀਬਿਲਡ ਕਰਨਾ ਹੈਗਾ, ਨਵੇਂ ਧਿਰੋਂ ਬਣਾਉਣੀ ਹੈਗੀ ਹੈ ਸਰਕਾਰ, ਜਾਂ ਕਾਂਗਰਸ ਨੂੰ ਨਵੇਂ ਧਿਰੋਂ ਕੁਝ ਕਰਨਾ ਹੈਗਾ, ਤੇ ਲੱਗਦਾ ਨਹੀਂ ਕਿ ਉਧਰਲੇ ਪਾਸੇ ਵੀ ਸੋਚਣਾ ਪਊਗਾ? ਜਿਹੜੇ ਪਰਿਵਾਰਵਾਦ ਹੈਗਾ ਉਹਨੂੰ ਲਾਂਭੇ ਕਰਕੇ ਕੁਝ ਜ਼ਿੰਮੇਵਾਰ ਬੰਦੇ ਜਿਹੜੇ ਲੰਮੇ ਸਮੇਂ ਤੋਂ ਪਾਰਟੀ ਨਾਲ ਕੰਮ ਕਰ ਰਹੇ, ਉਹਨਾਂ ਨੂੰ ਤਵੱਜੋ ਦਿੱਤੀ ਜਾਵੇ। ਨਹੀਂ, ਬਿਲਕੁਲ ਉਧਰ ਸੋਚਣਾ। ਉਹਦਾ ਮਤਲਬ ਇਹ ਹੋਏਗਾ ਫਿਰ ਕਿ ਲੋਕਲ ਮੈਂਬਰਸ਼ਿਪ ਹੋਵੇ, ਲੋਕਲ 'ਚ ਬਲਾਕ ਪ੍ਰਧਾਨ ਇਲੈਕਟ ਹੋਵੇ, ਫਿਰ ਡੈਲੀਗੇਟ ਜ਼ਿਲ੍ਹੇ ਪ੍ਰਧਾਨਾਂ ਨੂੰ ਚੁਣਨ, ਫਿਰ ਸੂਬੇ ਨੂੰ ਚੁਣਨ, ਫਿਰ ਚਾਹੇ ਉਸੇ ਪਰਿਵਾਰ 'ਚੋਂ ਵੀ ਖੜਾ ਹੋਵੇ, ਦੂਜੇ ਬੰਦੇ ਵੀ ਖੜੇ ਹੋਣ। ਜੇ ਵੋਟਾਂ 'ਚ ਫਿਰ ਵੀ ਉਹ ਜਿੱਤ ਜਾਂਦਾ, ਫਿਰ ਇੱਕ ਮੋਰਲ ਅਥਾਰਟੀ ਤਾਂ ਰਹਿੰਦੀ ਹੈ ਨਾ ਵੀ ਵੋਟਾਂ ਪਾ ਕੇ ਬਣੇ ਆ। ਹੁਣ ਤਾਂ ਨੋਮੀਨੇਸ਼ਨ ਹੈ, ਹੁਣ ਤਾਂ ਕੋਈ ਹੈ ਹੀ ਨਹੀਂ, ਹੁਣ ਤਾਂ ਚੋਣ ਹੀ ਨਹੀਂ ਹੈ, ਬਿਨਾਂ ਚੋਣ ਤੋਂ ਹੈ। ਤੁਸੀਂ ਉਸ ਪ੍ਰੋਸੈਸ 'ਚੋਂ ਤਾਂ ਆਓ ਨਿਕਲ ਕੇ, ਘੱਟੋ ਘੱਟ ਤੁਸੀਂ ਤਾਂ ਉਹ ਪ੍ਰੋਸੈਸ ਬੰਦ ਕਰਤਾ। ਔਰ ਤੁਸੀਂ ਦੇਖੋ ਕਿ ਲਗਭਗ 25-30 ਸਾਲਾਂ ਤੋਂ ਇਹ ਪ੍ਰੋਸੈਸ ਬੰਦ ਕੀਤਾ। ਇਦੋਂ ਪਹਿਲਾਂ ਕਾਂਗਰਸ 'ਚ ਰਿਹਾ, ਕਾਂਗਰਸ ਦੇ ਵਿੱਚ ਈਵਨ ਰਜੇਸ਼ ਪਾਇਲਟ ਚੋਣ ਲੜਿਆ ਸੀ, ਜਤਿੰਦਰ ਪ੍ਰਸਾਦ ਚੋਣ ਲੜਿਆ, ਇੰਦਰ ਸੋਨੀਆ ਗਾਂਧੀ ਦੇ ਖਿਲਾਫ ਵੀ ਰਜੇਸ਼ ਪਾਇਲਟ ਖੜਾ ਹੋਇਆ। ਪਰ ਉਦੋਂ ਇੱਕ ਜਾਨ ਵੀ ਸੀ, ਰਜੇਸ਼ ਪਾਇਲਟ ਚਾਹੇ ਹਾਰ ਗਿਆ ਸੀ, ਮੁੜ ਕੇ ਲਿਆ ਕੇ ਸਚਿਨ ਪਾਇਲਟ ਦਾ ਬਾਪ ਉਹਨੇ ਵਰਕਿੰਗ ਕਮੇਟੀ 'ਚ ਲਿਆਂਦਾ ਵੀ ਨਹੀਂ ਕੋਈ ਗੱਲ ਨਹੀਂ ਇਸ ਲੈਵਲ ਦੇ ਉੱਤੇ। ਇਸ ਕਰਕੇ ਉਹ ਚੀਜ਼ਾਂ ਦੀ ਲੋੜ ਹੈ ਜਿਹੜੀਆਂ ਗਰਾਊਂਡ ਤੋਂ। ਦੂਜੀ ਗੱਲ ਇਹ ਹੁੰਦੀ ਹੈ ਕਿ ਉੱਪਰ ਬੈਠ ਕੇ ਮੈਨੇਜਮੈਂਟ ਕਰਨੀ। ਪਾਰਟੀਆਂ ਵਰਕਰਾਂ ਤੋਂ ਬਿਨਾਂ ਨਹੀਂ ਖੜੀਆਂ ਹੁੰਦੀਆਂ। ਵਰਕਰ ਨਾਲ ਕਿਹੜੇ ਲੀਡਰ ਦਾ ਕਿਹੜਾ, ਹੁਣ ਪ੍ਰਸ਼ਾਂਤ ਕਿਸ਼ੋਰ ਨੂੰ ਵਰਕਰ ਕੌਣ ਮਿਲੂਗਾ ਤੇ ਕਿਉਂ ਮਿਲੂਗਾ? ਉਹ ਕੀ ਹੈ ਜੀ? ਪਾਰਟੀਆਂ ਜਿਹੜੀਆਂ ਅੰਦੋਲਨਾਂ 'ਚੋਂ ਆਈਆਂ ਨੇ ਇੱਕ ਜ਼ਮਾਨੇ 'ਚ, ਹੁਣ ਕੇਵਲ ਰਾਜ ਕਰਨਾ ਚਾਹੁੰਦੀਆਂ ਨੇ। ਕੰਮ ਇਹ ਨਹੀਂ ਹੋ ਸਕਦਾ ਪੋਲੀਟਿਕਸ 'ਚ, ਜਦ ਕਦੇ ਵੀ ਅੰਦੋਲਨ ਵੀ ਕਰਨਾ ਪੈ ਸਕਦਾ ਹੁੰਦਾ, ਕਦੇ ਵੀ ਸੱਤਾ 'ਚ ਵੀ ਤੁਸੀਂ ਹੁੰਦੇ ਹੋ। ਉਹਦੇ ਵਾਸਤੇ ਇੱਕ ਵਰਕਰ ਦੀ ਤਾਕਤ, ਵਰਕਰ ਦੀ ਮੋਟੀਵੇਸ਼ਨ ਜਿਹੜੀ ਚਾਹੀਦੀ ਹੈ, ਉਹ ਆਰਗੇਨਾਈਜੇਸ਼ਨ 'ਚੋਂ ਆਉਂਦੀ ਹੈ। ਹੁਣ ਵਰਕਰ ਹੈ ਹੀ ਨਹੀਂ ਕੋਈ। ਹੁਣ ਉੱਪਰੋਂ ਕੇਵਲ ਹੁਕਮ ਆਉਂਦਾ ਬਾਕੀ ਲੋਕਾਂ ਨੂੰ। ਜਿਵੇਂ ਆਪ ਬਾਰੇ ਕਿਹਾ ਜਾਂਦਾ ਨਾ, ਆਮ ਆਦਮੀ ਪਾਰਟੀ ਵੀ ਲੰਬੇ ਦੇਰ ਦੀ ਘੋੜਾ ਸ਼ਾਇਦ ਕਿਉਂ ਨਾ ਬਣ ਸਕੇ। ਉੱਥੇ ਵਲੰਟੀਅਰ ਤੇ ਡਾਇਰੈਕਟਰ ਹੈ, ਕਨਵੀਨਰ ਤੇ ਵਲੰਟੀਅਰ ਹੈ, ਔਰ ਵਲੰਟੀਅਰ ਦੀ ਕੋਈ ਔਕਾਤ ਨਹੀਂ ਹੁੰਦੀ। ਵਲੰਟੀਅਰ ਤਾਂ ਕਹਿੰਦਾ, ਉਹ ਕਹਿ ਨਹੀਂ ਦਿੰਦਾ ਰੋਜ਼ ਵੀ ਇੱਥੋਂ ਮੰਗੋ ਨਾ, ਕੋਈ ਸੇਵਾ ਲਈ ਹੈ, ਜਿਹਨੇ ਸੇਵਾ ਕਰਨ ਆਉਣਾ ਤਾਂ ਚਲੋ। ਉਹ ਰਾਈਟ ਦੇ ਤੌਰ ਤੇ ਕਿਉਂ ਨਹੀਂ ਆਏਗਾ? ਤੇਰੇ ਬਾਪ ਦੇ ਥੋੜੀ ਕਿਸੇ ਦੀ ਪਾਰਟੀ ਹੁੰਦੀ ਹੈ ਜਾਂ ਕੁਝ ਵੀ ਹੁੰਦਾ, ਇੱਕ ਬੰਦਾ ਹੁੰਦਾ, ਉਹ ਵਰਕਰ ਹੈ, ਹੇਠੋਂ ਚੱਲਦਾ ਇੱਕ ਖਾਸ। ਮੈਂ ਪੌੜੀ ਚੜੂੰਗਾ, ਮੈਂ ਵੀ ਕਿਤੇ ਜਾਊਂਗਾ, ਫਿਰ ਉਹਦੇ ਸਾਹਮਣੇ ਲੀਡਰਸ਼ਿਪ ਜਵਾਬਦੇਹ ਵੀ ਹੋਣੀ ਹੁੰਦੀ ਹੈ ਵਰਕਰ ਦੇ ਹੱਕ ਦੇ ਤੌਰ ਤੇ। ਔਰ ਮੇਰੇ ਯਾਦ ਹੈ 97 ਵਾਲੀ ਸਰਕਾਰ ਤੱਕ ਵੀ ਅਕਾਲੀ ਦਲ ਦੇ ਵਰਕਰ ਦਾ ਲੈਵਲ ਕੀ ਹੁੰਦਾ। ਜਥੇਦਾਰ ਤੋਤਾ ਸਿੰਘ ਐਜੂਕੇਸ਼ਨ ਮਿਨਿਸਟਰ ਬਣ ਗਏ, ਇੱਥੇ ਵਿਧਾਨ ਸਭਾ ਦੇ ਅੰਦਰ ਨੂੰ ਜਾ ਰਹੇ ਨੇ, ਇੱਕ ਬੰਦਾ ਆਇਆ ਉਹਦੇ ਹਲਕੇ ਦੇ ਵਿੱਚੋਂ, ਐ ਬਾਂਹ ਫੜ ਕੇ ਕਹਿੰਦਾ, ਤੋਤਾ ਸਿੰਘ ਕਿੱਧਰ ਜਾ ਰਹੇ ਆ? ਆ ਫਾਈਲ ਤੇ ਦਸਤਖਤ ਕਰ, ਤੂੰ ਇੱਧਰ ਅੰਦਰ ਵੜ ਜਾਏਗਾ, ਮੈਂ ਸਾਰਾ ਦਿਨ ਕਿੱਥੇ ਡਿਕੂੰਗਾ ਤੈਨੂੰ? ਇਹ ਵਰਕਰ ਦੀ ਪਾਵਰ ਹੈ। ਪਰ ਅੱਜ ਕਿਸੇ ਪਾਰਟੀ 'ਚ, ਅਕਾਲੀ ਦਲ 'ਚ ਜ਼ਰੂਰਤ ਹੈ ਕਿਸੇ ਵਰਕਰ ਦੀ, ਕਾਂਗਰਸ 'ਚ ਕਿਸੇ ਵਰਕਰ ਦੀ ਜ਼ਰੂਰਤ ਹੈ, ਆਮ ਆਦਮੀ ਪਾਰਟੀ 'ਚ ਕਿਸੇ ਜ਼ਰੂਰਤ ਹੈ? ਪਾਰਟੀ ਕਿੱਥੇ ਹੈ? ਉਹ ਵਰਕਰ ਫਿਰ ਮੋੜਵਾ ਇਹ ਕਹਿੰਦਾ ਵੀ ਕੋਈ ਨਾ ਮੇਰੇ ਕੋਲ ਆ ਜੀ, ਮੋਰਚਾ ਲਾਉਣ ਲਈ ਤਾਂ ਮੇਰੇ ਕੋਲ ਆਏਗਾ ਨਾ, ਮਤਲਬ ਮੁਜ਼ਾਹਰਾ ਕਰਨ ਲਈ ਮੇਰੇ ਕੋਲ ਆਏਗਾ, ਮੈਂ ਦੱਸੂਗਾ ਤੈਨੂੰ ਪਿੰਡ। ਹੁਣ ਇਹ ਕਹਿੰਦੇ ਆਪਾਂ ਮੁਜ਼ਾਹਰਾ ਕਰਨਾ ਹੀ ਨਹੀਂ, ਆਪਾਂ ਪ੍ਰਸ਼ਾਂਤ ਕਿਸ਼ੋਰ ਲਿਆਉਣਾ, ਉੱਪਰੋਂ ਮੈਨੇਜਮੈਂਟ ਕਰਨੀ ਹੈ। ਇਹ ਪੋਲੀਟਿਕਸ ਨਹੀਂ ਹੈ। ਇਹ ਪੋਲੀਟਿਕਸ ਦੀ ਬਜਾਏ ਕਿਸੇ ਹੋਰ ਟੈਕਨੋਕ੍ਰੇਟਸ ਦਾ ਇੱਕ ਸਿਸਟਮ ਹੈ ਕਿ ਹੁਣ ਟੈਕਨੋਕ੍ਰੇਟ ਡਿਸਾਈਡ ਕਰਿਆ ਕਰੇਗਾ ਕਿਹੜੀ ਪਾਰਟੀ ਨੇ ਕਿਵੇਂ ਜਿੱਤਣਾ ਹੈ, ਕਿਹੜੀ ਪਾਰਟੀ ਨੇ ਕਿਵੇਂ ਜਿੱਤਣਾ ਹੈ। ਇਹ ਲੰਮੇਦਾਰ ਦੀਆਂ ਪਾਰਟੀਆਂ ਨਹੀਂ ਚੱਲ ਇਸ ਲੈਵਲ ਤੇ। ਮੈਨੂੰ ਲੱਗਦਾ ਕਿ ਬੜਾ ਖਤਰਨਾਕ ਰੁਝਾਨ ਵੀ ਹੈਗਾ ਸਰ, ਇਹ ਸਮਝਿਆ ਜਾਵੇ, ਕਿਉਂਕਿ ਜੇ ਅਸੀਂ ਦੇਖੀਏ ਹੁਣ 2022 ਦੀਆਂ ਚੋਣਾਂ ਲੰਘੀਆਂ, ਤੁਸੀਂ ਵੀ ਧਿਆਨ ਦਿੱਤਾ ਹੋਣਾ ਪੂਰਾ,
ਕਿ ਕਿਸ ਤਰੀਕੇ ਨਾਲ ਮੀਡੀਆ ਮੈਨੇਜਮੈਂਟ ਹੋਈ ਹੈ, ਕਿਸ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਮੈਨੇਜ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਇਸੇ ਤਰੀਕੇ ਨਾਲ ਕੇਂਦਰ ਦੇ ਵਿੱਚ ਕਿਵੇਂ ਮੈਨੇਜਮੈਂਟ ਹੁੰਦੀ ਹੈ ਉਹ ਵੀ ਤੁਹਾਡੇ ਧਿਆਨ ਦੇ ਵਿੱਚ ਹੈਗਾ, ਕਿਵੇਂ ਮੀਡੀਆ ਮੈਨੇਜ ਕੀਤਾ ਜਾਂਦਾ ਜਾਂ ਕਿਵੇਂ ਆਮ ਤੌਰ ਤੇ ਲੋਕਾਂ ਨੂੰ ਮੈਨੇਜ ਕੀਤਾ ਜਾਂਦਾ, ਜ਼ਮੀਨੀ ਪੱਧਰ ਤੇ ਲੋਕਾਂ ਤੱਕ ਜਿਹੜੀ ਪਹੁੰਚ ਬਣਾਉਣੀ ਆ ਉਹਨੂੰ ਮੈਨੇਜ ਕੀਤਾ ਜਾਂਦਾ। ਲੱਗਦਾ ਨਹੀਂ ਕਿ ਇਹ ਖਤਰਨਾਕ ਰੁਝਾਨ ਹੈ, ਇਹਦੇ ਨਤੀਜੇ ਆਉਣ ਵਾਲੇ ਸਮੇਂ 'ਚ ਬੜੇ ਭਿਆਨਕ ਹੋ ਸਕਦੇ? ਨਹੀਂ, ਇਹ ਭਿਆਨਕ ਹੋ ਰਹੇ ਨੇ। ਤੁਸੀਂ ਦੇਖੋ ਕਿ ਰਿਵੋਲਟ ਹੋ ਰਿਹਾ ਕਾਂਗਰਸ ਦੇ ਅੰਦਰ, ਕਿਉਂ ਹੋ ਰਿਹਾ? ਕਿਉਂਕਿ ਕੋਈ ਕਿਸੇ ਦੀ ਸੁਣ ਨਹੀਂ ਰਿਹਾ। ਤੇ ਸਭ ਦੇ ਤਰ੍ਹਾਂ ਦੇ, ਜੇ ਦੇਸ਼ 'ਚ ਰਿਵੋਲਟ ਹੋਏਗਾ ਕਿ ਤੁਸੀਂ ਕਿਸੇ ਦੀ ਸੁਣ ਨਹੀਂ ਰਹੇ, ਤਾਂ ਪਾਰਟੀ ਦੇ ਅੰਦਰ ਵੀ ਤਾਂ ਹੋਊਗਾ। ਪਾਰਟੀ ਦੇ ਅੰਦਰ ਵੀ ਰਿਵੋਲਟ ਹੋਏਗਾ, ਕਿਉਂਕਿ ਬੰਦੇ ਐ ਨਹੀਂ ਚੱਲਦੇ ਹੁੰਦੇ। ਬੰਦੇ ਕੋਈ ਮਸ਼ੀਨ ਨਹੀਂ ਹੈ ਕਿ ਬਟਨ ਦਬਤਾ ਰਿਪੇਅਰ ਹੋਊਗੀ। ਉਹਨੂੰ ਗੁੱਸਾ ਵੀ ਆਉਂਦਾ ਹੈ, ਉਹਦੀ ਅਲੱਗ ਸੋਚ ਵੀ ਹੁੰਦੀ ਆ, ਉਹਨੂੰ ਬੜਾ ਕੁਝ ਦੇਖਿਆ ਹੁੰਦਾ ਜ਼ਿੰਦਗੀ ਦੇ ਵਿੱਚ। ਇਹ ਅਨਡੈਮੋਕ੍ਰੈਟਿਕ ਐਟੀਚਿਊਡ ਨੇ ਜਿਹੜੇ ਮੈਨੇਜਮੈਂਟ ਨਾਲ, ਟੈਕਨੀਕ ਨਾਲ, ਵੱਖ-ਵੱਖ ਤਰੀਕੇ ਨਾਲ ਦੁਨੀਆ ਤੋਂ ਇੱਕ ਵਾਰ ਵੋਟ ਲੈਣ ਦਾ ਰੁਝਾਨ ਹੈ। ਇਹ ਹੈਲਦੀ ਡੈਮੋਕ੍ਰੇਸੀ ਦਾ ਨਹੀਂ ਹੈ, ਸਗੋਂ ਗਿਰਾਵਟ 'ਚ ਜਾ ਰਹੀ ਡੈਮੋਕ੍ਰੇਸੀ ਦਾ ਨਿਸ਼ਾਨ ਹੈ। ਔਰ ਡੈਮੋਕ੍ਰੇਸੀ ਦੇ ਵਿੱਚ ਤਾਂ ਇਹ ਹੈ ਕਿ ਤੁਹਾਨੂੰ ਢਾਂਚਾ ਤਬਦੀਲ ਕਰਨ ਦੀ ਲੋੜ ਹੈ। ਆਪਣੀ ਉੱਪਰਲੀ ਲੀਡਰਸ਼ਿਪ ਦੇ ਅਧਿਕਾਰ ਸਰੈਂਡਰ ਕਰਕੇ ਹੇਠਾਂ ਦੇਣ ਦੀ ਲੋੜ ਹੈ। ਹੇਠਲੇ ਦਾ ਹੇਠਾਂ ਕਿਉਂ? ਯੂਰਪੀਅਨ ਪਾਰਟੀਆਂ, ਯੂਰਪ ਦੇ ਕਿੰਨੇ ਹਿੱਸਿਆਂ ਦੇ ਵਿੱਚ ਆਪਾਂ ਕਹਿੰਦੇ ਕਿ ਡੈਮੋਕ੍ਰੇਸੀ ਮੁਕਾਬਲਤਨ ਹੈਲਦੀ ਹੈ, ਕੱਲੇ ਬੰਦੇ ਦੀ ਸੁਣਵਾਈ ਹੁੰਦੀ ਹੈ। ਔਰ ਆ ਕਿਸਾਨ ਅੰਦੋਲਨ 'ਚ ਆਪਾਂ ਦੇਖਿਆ ਕਿ ਜਿੱਥੇ ਥੋੜੇ ਜਿਹੇ ਵੀ ਸਿੱਖ ਨੇ ਕਿਸੇ ਵੀ ਅਸੈਂਬਲੀ, ਪਾਰਲੀਮੈਂਟ, ਕੰਸਟੀਚੁਐਂਸੀ ਕਿਸੇ ਵੀ ਦੇਸ਼ ਦੇ, ਜਦੋਂ 10 ਲਿਖ ਕੇ ਦੇ ਦਿੰਦੇ ਨੇ ਆਪਣੇ ਮੈਂਬਰ ਪਾਰਲੀਮੈਂਟ ਨੂੰ, ਉਹ ਆਪਦੀ ਪਾਰਲੀਮੈਂਟ 'ਚ ਬੋਲਦਾ, ਉਹਦੀ ਮਜਬੂਰੀ ਹੈ। ਕਿਉਂਕਿ ਉੱਥੇ ਉਹ ਵੋਟਰ ਦਾ ਤੇ ਸਿਟੀਜ਼ਨ ਦਾ ਰਿਗਾਰਡ ਹੈ, ਡੈਮੋਕ੍ਰੇਸੀ ਹੈ। ਉਹ ਕਿਉਂ ਹੈ? ਉਹ ਇਸ ਕਰਕੇ ਹੈ ਕਿ ਜਿਹੜੇ ਨੇ ਚੁਣਿਆ ਜਾਣਾ ਹੈ, ਬਹੁਤੇ ਕੰਟਰੀ 'ਚ ਪਹਿਲਾਂ ਪ੍ਰਾਇਮਰੀਜ਼ ਹੁੰਦੀਆਂ ਨੇ, ਪਹਿਲਾਂ ਹੇਠੋਂ ਉਹ ਆਪਦੀ ਪਾਰਟੀ 'ਚੋਂ ਚੁਣਿਆ ਜਾਣਾ ਹੈ, ਉਦੋਂ ਬਾਅਦ ਪਾਰਟੀ ਫਿਰ ਉਹਨੂੰ ਕੈਂਡੀਡੇਟ ਬਣਾਉਂਦੀ ਹੈ। ਪਹਿਲਾਂ ਪਾਰਟੀ 'ਚ ਲੜਾਈ ਹੁੰਦੀ ਹੈ। ਸਾਡੇ ਸਿਸਟਮ ਹੈ ਵੀ ਉੱਪਰੋਂ ਚੁਣਿਆ ਜਾਣਾ ਬੰਦਾ, ਵੀ ਮੈਂ ਇਹਨੂੰ ਕਰਤਾ, ਜੋ ਗਧਾ ਘੋੜਾ ਉਹਦੇ ਹਾਰ ਪਾ ਕੇ ਭੇਜਤਾ। ਸਾਡੇ ਹੇਠਾਂ ਇਹ ਪੈਟਰਨ ਹੀ ਨਹੀਂ ਹੈ ਕਿ ਅਸੀਂ ਵਰਕਰਾਂ 'ਚੋਂ ਚੁਣੀਏ। ਜੇ ਪਾਰਟੀਆਂ ਦੇ ਇੰਟਰਨਲ ਡੈਮੋਕ੍ਰੇਸੀ ਇਹੋ ਜਿਹੀ ਨਹੀਂ ਆਉਂਦੀ ਕਿ ਪਾਰਟੀਆਂ ਦੇ ਬਲਾਕ ਦੇ ਜਿਹੜੇ ਮੈਂਬਰ ਨੇ ਉਹ ਹਲਕੇ ਦਾ ਨੁਮਾਇੰਦਾ ਚੁਣਨਗੇ, 10 ਖੜੇ ਹੋਣ 10 ਨੂੰ ਵੋਟਾਂ ਪਵਾ ਲਓ, 4 ਖੜੇ ਹੋਣ 4 ਨੂੰ, ਜਿਹੜਾ ਜਿਹਨੂੰ ਉਹ ਠੀਕ ਲੱਗਦਾ ਲੋਕ ਉਹਨੂੰ ਵੋਟ ਪਾ ਦੇਣ। ਇੰਗਲੈਂਡ ਦੀ ਅਸੈਂਬਲੀ ਦੇ ਵਿੱਚ ਜੇ ਤਰਨਜੀਤ ਸਿੰਘ ਢੇਸੀ ਮਸਲਾ ਚੱਕਦੇ ਨੇ ਕਿਸਾਨ ਅੰਦੋਲਨ ਦਾ ਤਾਂ ਆਵਾਜ਼ ਸੁਣੀ ਜਾਂਦੀ ਹੈ, ਤੇ ਇੱਥੇ ਆਣ ਕੇ ਉਹਨਾਂ ਦਾ ਵਿਰੋਧ ਵੀ ਕਰਦੇ ਨੇ ਭਾਜਪਾ ਵਾਲੇ। ਤੇ ਮੈਨੂੰ ਲੱਗਦਾ ਕਿ ਇੱਕ ਵਿਲੱਖਣ ਤਰੀਕੇ ਦੀ ਐਗਜ਼ਾਮਪਲ ਹੋ ਜਾਂਦੀ। ਸਰ, ਹੁਣ ਜਿਵੇਂ ਤੁਸੀਂ ਸਮਝਾਉਣ ਦੀ ਵਿੱਚ ਕੋਸ਼ਿਸ਼ ਕਰ ਰਹੇ ਸੀ, ਆਪਾਂ ਚੰਗੀ ਤਰ੍ਹਾਂ ਸਮਝ ਲਈ ਇਸ ਚੀਜ਼ ਨੂੰ, ਕਾਂਗਰਸ ਸਰਵਾਈਵ ਕਰ ਸਕਦੀ ਹੈ, ਨਹੀਂ ਕਰ ਸਕਦੀ? ਜੇ ਕਰ ਸਕਦੀ ਤਾਂ ਕਿਹੜਾ ਤਰੀਕਾ ਇਸ ਵੇਲੇ ਤੁਹਾਨੂੰ ਲੱਗਦਾ ਕਿ ਆਹ ਚੀਜ਼ ਹੈਗੀ, ਇਹ ਵਾਜਬ ਤਰੀਕਾ, ਇਸ ਤਰੀਕੇ ਨਾਲ ਰਿਵਾਈਵ ਕਰ ਸਕਦੀ, ਨਹੀਂ ਤਾਂ ਕੋਈ ਕਾਰਨ? ਮੈਨੂੰ ਲੱਗਦਾ ਕਿ ਬੁਨਿਆਦੀ ਤਬਦੀਲੀਆਂ ਤੋਂ ਬਿਨਾਂ ਕੋਈ ਵੀ ਧਿਰ ਰਿਵਾਈਵ ਨਹੀਂ ਕਰ ਸਕਦੀ। ਕਾਂਗਰਸ ਵੀ ਨਹੀਂ ਰਿਵਾਈਵ ਕਰ ਸਕਦੀ ਤੇ ਬਾਕੀ ਵੀ ਨਹੀਂ, ਔਰ ਬੀਜੇਪੀ ਵੀ ਨੇ ਵੀ ਨਹੀਂ ਕੀਤਾ। ਬੀਜੇਪੀ 2 ਸੀਟਾਂ ਤੇ ਸੀ, ਜੇ ਤੁਸੀਂ ਦੇਖੋ, ਤੇ ਦੋ ਸੀਟਾਂ ਤੇ ਬੀਜੇਪੀ, ਔਰ ਇੱਕ ਕੋਈ ਲੀਡਰ ਸੁਣਾ ਰਿਹਾ ਸੀ, ਕਹਿੰਦੇ ਉਹ ਵੱਡਾ ਭਾਸ਼ਣ ਦੇ ਗਿਆ। ਵਾਜਪਾਈ ਨੇ ਉੱਠ ਕੇ ਕਿਹਾ ਸੀਟਾਂ ਤਾਂ 2 ਹੈ, ਘੰਟੇ ਦਾ ਭਾਸ਼ਣ ਦਿੱਤਾ, ਇਹਦਾ ਮਤਲਬ ਕੀ ਹੈ? ਵੀ ਗੱਲ ਤਾਂ ਕੋਈ ਬਣੀ ਨਹੀਂ। ਫਿਰ ਉਹਨੇ ਆਪਣੇ ਆਪ ਨੂੰ ਮੋਕਲਾ ਕੀਤਾ, ਜੁਆਇੰਟ ਬਣਾਉਣੇ ਸ਼ੁਰੂ ਕੀਤੇ, ਤਾਂ ਜਾ ਕੇ ਉਹਨੂੰ ਲੱਗਿਆ ਵੀ ਸਾਡਾ ਇਮੇਜ ਬਦਲੇ। ਪਹਿਲਾਂ ਮਾੜਾ ਜਿਹਾ ਵੀ ਅਸੀਂ ਦੂਜਿਆਂ ਨਾਲ ਸਹਿਮਤੀ ਵੀ ਕਰ ਸਕਦੇ ਹਾਂ, ਦੂਜਿਆਂ ਨਾਲ ਗੱਠਜੋੜ ਵੀ ਕਰ ਸਕਦੇ ਹਾਂ ਇਸ ਪੱਧਰ ਦੇ ਉੱਤੇ। ਤੇ ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਜਿਹੜੀ ਖੜੋਤ ਹੈ, ਕਾਂਗਰਸ ਦੇ ਵਿੱਚ ਖੜੋਤ ਇਹ ਹੈ ਕਿ ਉੱਥੇ ਪਹਿਲੀ ਗੱਲ ਤਾਂ ਪਰਿਵਾਰ ਹੈ ਇੱਕ, ਉਹ ਪਰਿਵਾਰ ਨੂੰ ਤਾਂ ਪਹਿਲਾਂ ਛੱਡ ਕੇ ਸੋਚਦੇ ਨੇ ਵੀ ਤੁਸੀਂ ਤਾਂ ਬੌਸ ਹੈਗੇ ਹੀ ਹੋ, ਉਹਨੂੰ ਵੀ ਸਭ ਦੇ ਦਾਇਰੇ 'ਚ ਲਿਆਉਣਾ ਪਏਗਾ। ਦੂਜਾ ਜਿਹੜਾ ਕਾਂਗਰਸ ਨੇ ਆਪਣੇ ਆਪ ਨੂੰ ਮਾਰਿਆ ਉਹ ਇਹ ਹੈ ਇੰਟਰਨਲ ਵੋਟਿੰਗ ਸਿਸਟਮ, ਡੈਮੋਕ੍ਰੇਸੀ ਬੰਦ ਕਰਦੀ। ਤੀਜਾ ਜਿਹੜਾ ਕਾਂਗਰਸ ਦੇ ਵਿੱਚ ਨੁਕਸ ਜਿਹੜਾ ਮਾਰਿਆ ਉਹਨੇ ਆਪਣੇ ਆਪ ਨੂੰ, ਉਹ ਹੈ ਕਿ ਫੈਡਰਲ ਸਟਰਕਚਰ 'ਚ ਸਟੇਟ ਯੂਨਿਟਾਂ ਦੀ ਜਿਹੜੀ ਪਾਵਰ ਹੈ ਉਹ ਤੁਸੀਂ ਉੱਪਰ ਲੈ ਗਏ। ਹੁਣ ਰਾਹੁਲ ਗਾਂਧੀ ਕੀ ਹੈ? ਹੁਣ ਤਾਂ ਉਹ ਟੈਕਨੀਕਲ ਪ੍ਰਧਾਨ ਬਣੀ, ਉਹ ਇੱਥੇ ਪੰਜਾਬ 'ਚ ਆਉਂਦਾ, ਤੁਹਾਡਾ ਪ੍ਰਧਾਨ ਕੌਣ ਹੋਏਗਾ ਉਹ ਵੀ ਉਹ ਅਨਾਉਂਸ ਕਰਦਾ, ਤੁਹਾਡਾ ਚੀਫ ਮਿਨਿਸਟਰ ਕੈਂਡੀਡੇਟ ਹੋਏਗਾ ਉਹ ਵੀ ਉਹ ਅਨਾਉਂਸ ਕਰਦਾ। ਇਹ ਕਿਹੜੀ ਪਾਵਰ ਹੈ ਜੀ? ਇਹ ਅਨਕਨਸਟੀਟਿਊਸ਼ਨਲ ਹੈ। ਇਸ ਗੱਲ ਨੂੰ ਖਤਮ ਕਰਨਾ ਪਏਗਾ। ਚੌਥਾ, ਜਿਹੜਾ ਕਾਂਗਰਸ ਇੱਕ ਕਲੀਅਰ ਮੈਸੇਜ ਹੀ ਨਹੀਂ ਦੇਸ਼ ਨੂੰ ਦੇ ਪਾ ਰਹੀ ਕਿ ਉਹ ਕਿਹੜੀ ਆਈਡੀਓਲੋਜੀ ਤੇ ਖੜੀ ਹੈ, ਕਰਨਾ ਕੀ ਚਾਹੁੰਦੇ ਹੋ, ਤੁਹਾਡੀ ਆਈਡੀਓਲੋਜੀ ਕੀ ਹੈ? ਕਿ ਉਹੀ ਹਿੰਦੂਤਵ ਦੇ ਗਲਬੇ ਦੇ ਵਿੱਚੋਂ ਡਰਦੇ ਮਾਰੇ, ਜਾਂ ਤੁਸੀਂ ਇੱਕ ਸਟੈਂਡ ਲੈਣ ਲਈ ਤਿਆਰ ਹੋ, ਜਿਹੜਾ ਕਨਸਟੀਟਿਊਸ਼ਨ ਕਹਿ ਰਹੇ ਹੋ ਕਿ ਉਹ ਸੈਕੂਲਰ ਹੈ, ਉਹ ਸੋਸ਼ਲਿਸਟ ਹੈ, ਉਹ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਹੈ। ਇਹ 3-4 ਮੇਜਰ ਪੁਆਇੰਟਾਂ ਦੇ ਉੱਤੇ ਤੱਕ ਕੋਈ ਕਲੈਰਿਟੀ ਹੋਵੇ ਨਾ, ਉਸ ਕਲੈਰਿਟੀ ਦੇ ਨਾਲ ਫਿਰ ਉਹਨੂੰ ਇਹ ਮਹਿਸੂਸ ਕਰਨਾ ਪਏਗਾ ਵੀ ਹੁਣ ਉਹ 60ਵਿਆਂ 70ਵਿਆਂ 'ਚ ਨਹੀਂ ਹੈ ਕਿ ਐਡੀ ਵੱਡੀ ਪਾਰਟੀ ਹੈ, ਉਹ ਨਹੀਂ ਬਚਿਆ। ਹੁਣ ਜਿੰਨੇ ਬਾਕੀ ਦੇ ਛੋਟੀਆਂ ਧਿਰਾਂ ਵੀ ਨੇ ਉਹਨੂੰ ਬਰਾਬਰ ਦੀ ਹੈਸੀਅਤ ਦੇ ਵਿੱਚ ਨਾਲ ਲੈਣਾ ਪਊਗਾ, ਔਰ ਸਮੂਹਿਕ ਲੀਡਰਸ਼ਿਪ ਵੱਲ ਵੀ ਅੱਗੇ ਵਧਿਆ ਜਾ ਸਕਦਾ। ਔਰ ਕਾਂਗਰਸ ਦੇ ਵਿੱਚ ਇੱਕ ਪਿਛੋਕੜ ਦੇ ਵਿੱਚ ਇਹ ਧਾਰਨਾ ਰਹੀ ਹੈ ਕਿ ਉਹ ਸਾਂਝੀ ਲੀਡਰਸ਼ਿਪ, ਜਿਵੇਂ ਕਮੇਟੀ ਬਣਾਤੀ ਕੋਈ ਵੱਖ-ਵੱਖ ਦੀ, ਉਹ ਸਾਂਝੀ ਲੀਡਰਸ਼ਿਪ ਹੈ। G23 ਦੇ ਜ਼ਰੀਏ ਕੋਸ਼ਿਸ਼ ਕਰਤਾ ਰਹੇ ਨੇ। ਮੈਨੂੰ ਲੱਗਦਾ ਕਿ ਮੀਟਿੰਗਾਂ ਵੀ ਲਗਾਤਾਰ ਸੋਨੀਆ ਗਾਂਧੀ ਨੇ ਕੀਤੀਆਂ ਨੇ, ਉਹ ਵੀ ਕਿਸੇ ਬੰਨੇ ਕੰਢੇ ਲੱਗਦੀਆਂ ਨਜ਼ਰ ਨਹੀਂ ਆ ਰਹੀਆਂ। ਮੈਨੂੰ ਲੱਗਦਾ ਜੇ ਉਸੇ ਪਾਸੇ ਸਾਰਥਕ ਤਰੀਕੇ ਨਾਲ ਕੋਈ ਗੱਲਬਾਤ ਹੋ ਜਾਵੇ, ਸਾਂਝ ਬਣ ਜਾਵੇ, ਤਾਂ ਉਧਰੋਂ ਵੀ ਕੋਈ ਚੰਗੀਆਂ ਚੀਜ਼ਾਂ ਕਾਂਗਰਸ ਲਈ ਨਿਕਲ ਸਕਦੀਆਂ ਨੇ ਕੇਂਦਰੀ ਪੱਧਰ ਤੇ। ਇੱਕ ਤਾਂ ਕਾਂਗਰਸ ਦੇ ਉੱਪਰ ਜਿਹੜਾ ਬੈਠੇ ਨੇ ਨਾ ਲੋਕ ਸਾਰੇ, ਉਹ ਬਹੁਤੇ ਇਹੋ ਜਿਹੇ ਨੇ ਜਿਹਨੇ ਕੋਈ ਇਲੈਕਸ਼ਨ ਕਦੇ ਨਹੀਂ ਲੜੀ, ਪਰ ਪਾਵਰਫੁਲ ਉਹ ਨੇ।
ਹੈ ਨਾ, ਉਹਨੂੰ ਲੱਗਦਾ ਵੀ ਆਪਾਂ ਜੋ ਵੀ ਕਹਿੰਦੇ ਆ ਕੰਨ 'ਚ, ਕਿਉਂਕਿ ਕੰਨ 'ਚ ਤਾਂ ਉਹੀ ਕਹਿ ਸਕਦਾ ਜਿਹੜਾ ਬਹੁਤ ਨੇੜੇ ਹੈ, ਜਿਹੜਾ ਰੋਜ਼ ਚਾਪਲੂਸੀ ਕਰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਜਦ ਦੂਜੇ ਬੰਦਿਆਂ ਤੱਕ ਤੁਹਾਡੀ ਮਤਲਬ ਰਸਾਈ ਹੋਣੀ ਹੈ, ਉਹਨਾਂ ਦੀ ਗੱਲ ਤੁਹਾਡੇ ਤੱਕ ਨਹੀਂ ਪਹੁੰਚਣੀ, ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣਨੀ, ਤਾਂ ਤੁਹਾਡੇ ਨਵੀਂ ਫਰੈਸ਼ ਗੱਲ ਦਿਮਾਗ ਦੇ ਵਿੱਚ ਆਉਂਦੀ ਨਹੀਂ। ਉਹਨੂੰ ਠੀਕ ਕਰਨ ਦਾ ਸਵਾਲ ਹੈ। ਸਭ ਤੋਂ ਬੜਾ ਕੁਐਸਚਨ ਤਾਂ ਇਹੀ ਹੈ ਕਿ ਗਰਾਊਂਡ ਤੋਂ ਲੈ ਕੇ ਦੁਬਾਰਾ ਇੰਟਰਨਲ ਡੈਮੋਕ੍ਰੇਸੀ ਬਹਾਲ ਕਰਨਾ, ਜੇ ਕਿਸੇ ਨਵੇਂ ਪਾਰਟੀ ਨੇ ਹੁਣ ਸਰਵਾਈਵ ਕਰਨਾ ਜਾਂ ਐਡੀ ਵੱਡੀ ਨੇ। ਦੂਜੀ ਗੱਲ ਇਹ ਹੈ ਕਿ ਜਿਹੜਾ ਏਜੰਡਾ ਹੈ, ਬੀਜੇਪੀ ਸੈਂਟਰਲਾਈਜੇਸ਼ਨ ਆਫ ਪਾਵਰ ਤੇ ਚੱਲਦੀ ਹੈ, ਕਾਂਗਰਸ ਵੀ ਪਹਿਲਾਂ ਚੱਲਦੀ ਸੀ, ਪਰ ਕਾਂਗਰਸ ਨੂੰ ਫਿਰ ਹੁਣ ਦੱਸਣਾ ਪਊਗਾ ਤੇ ਬਦਲਣਾ ਪਊਗਾ। ਬਦਲਣਾ ਕਿਵੇਂ ਪਊਗਾ? ਜਿਹੜਾ ਏਜੰਡੇ ਦੀ ਆਵਾਜ਼ ਆ ਰਹੀ ਹੈ, ਫਾਰਮਰ ਮੂਵਮੈਂਟ ਦੇ ਵਿੱਚ ਵੀ ਇਹ ਆਵਾਜ਼ ਸੀ ਕਿ ਫੈਡਰਲ ਸਟਰਕਚਰ ਹੋਣਾ ਚਾਹੀਦਾ। MK ਸਟਾਲਨ ਕਲੀਅਰ ਕੱਟ ਉੱਥੋਂ ਕਹਿ ਚੁੱਕੇ ਆ ਸਭ ਨੂੰ ਕਿ ਮੈਂ ਹੁਣ ਨੈਸ਼ਨਲ ਰੋਲ ਨਿਭਾਉਣਾ ਚਾਹੁੰਦਾ, DMK ਦੇ ਉੱਥੋਂ ਤੌਰ ਤੇ, ਕਿ ਇੱਕ ਫੈਡਰਲ ਫਰੰਟ ਬਣਨਾ ਚਾਹੀਦਾ। ਮਮਤਾ ਬੈਨਰਜੀ ਕਹਿ ਚੁੱਕੀ ਹੈ, ਤੇਲੰਗਾਨਾ ਵਾਲਾ ਕੇ ਚੰਦਰ ਸ਼ੇਖਰ ਰਾਓ ਕਹਿ ਚੁੱਕੇ ਹੈ ਉਸ ਪਾਸੇ ਵੱਲ ਜਾਣਾ। ਇਹ ਠੀਕ ਹੈ ਕਿ ਉੜੀਸਾ ਵਾਲਾ ਜੇ ਖਾਮੋਸ਼ ਹੈ, ਸ਼ਾਇਦ ਰੀਜਨਲ ਗਰੁੱਪ ਤਾਂ ਹੈ ਹੀ ਹੈ, ਉਧਰ ਚੱਲ ਜੇ ਉਸੇ ਤਰੀਕੇ ਦਾ। ਕੇਰਲਾ ਵਾਲੇ ਕਾਮਰੇਡ ਵੀ ਵਿੱਚ ਲੱਗ ਜਾਣਗੇ ਹੌਲੀ ਹੌਲੀ, ਕਿਉਂਕਿ ਉਹਨਾਂ ਦਾ ਵਜੂਦ ਵੀ ਹੁਣ ਸੁੰਗੜ ਕੇ ਰੀਜਨਲ ਹੀ ਰਹਿ ਗਿਆ, ਕੋਈ ਬਹੁਤ ਜ਼ਿਆਦਾ ਉਸ ਲੈਵਲ ਤਾਂ ਬਣਿਆ ਨਹੀਂ। ਬਾਕੀ ਕਾਂਗਰਸ ਵੀ, ਉਹ ਸਾਰੀਆਂ ਧਿਰਾਂ ਜਿਹੜੀਆਂ ਖਾਸ ਤੌਰ ਤੇ ਬਿਹਾਰ ਦੇ ਵਿੱਚ RJD ਹੈ, ਲਗਭਗ ਬਰਾਬਰ ਦੀ ਤਾਕਤ ਹੈ, ਸਿੰਗਲ ਲਾਰਜੈਸਟ ਪਾਰਟੀ ਹੈ ਤੁਹਾਡੇ ਕੋਲ, ਉਸ ਪੱਧਰ ਦੀ ਹੈ। ਉਹਨਾਂ ਸਾਰੇ ਗਰੁੱਪਾਂ ਨੂੰ ਕਿਤੇ ਨਾ ਕਿਤੇ ਇਹ ਅਹਿਸਾਸ 'ਚ ਲਿਆਉਣਾ ਪਏਗਾ ਕਿ ਆਪਣਾ ਸਾਂਝਾ ਇੱਕ ਇਹ ਸੈਟਅਪ ਹੋਏਗਾ। ਕੋਈ ਐ ਨਹੀਂ ਵੀ ਮੇਰੀ ਉਹ ਚੱਲੂਗੀ ਜਾਂ ਤੇਰੀ ਚੱਲੂਗੀ। ਏਜੰਡਾ ਹੋਏਗਾ ਫੈਡਰਲਿਜ਼ਮ, ਏਜੰਡਾ ਹੋਏਗਾ ਇੰਟਰਨਲ ਡੈਮੋਕ੍ਰੇਸੀ, ਏਜੰਡਾ ਹੋਏਗਾ ਸੈਕੂਲਰਿਜ਼ਮ, ਤੇ ਉਹ ਸਾਰੇ ਏਜੰਡੇ ਜਿਹੜੇ ਬੀਜੇਪੀ ਨੂੰ ਕਾਊਂਟਰ ਕਰਦੇ, ਕਲੀਅਰ ਕੱਟ ਦੇਖਦੇ ਹੋਣ। ਥੈਂਕ ਯੂ। ਹਮੀਰ ਸਿੰਘ ਜੀ, ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰਕਾਰ PK ਵਾਲਾ ਜਿਹੜਾ ਫਾਰਮੂਲਾ ਲਾ ਕੇ ਕਾਂਗਰਸ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਹਮੀਰ ਸਿੰਘ ਹੋਰਾਂ ਨੇ ਆਪਣੇ ਤਜਰਬੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਦਾਂ ਦੇ ਏਜੰਡੇ, ਇਦਾਂ ਦੇ ਫਾਰਮੂਲੇ ਇਸ ਵੇਲੇ ਫਿੱਟ ਨਹੀਂ ਬੈਠਦੇ, ਕਿਉਂਕਿ ਕਾਂਗਰਸ ਨੂੰ ਕੁਝ ਅਹਿਮ ਤੱਥਾਂ ਤੇ ਕੰਮ ਕਰਨਾ ਪਵੇਗਾ। ਜਿਹੜਾ ਆਪਣਾ ਉਹਨਾਂ ਨੇ ਢਾਂਚਾ ਖਰਾਬ ਕਰ ਲਿਆ, ਜ਼ਮੀਨੀ ਪੱਧਰ ਤੋਂ ਜਿਹੜੀ ਇੱਕ ਤਾਕਤ ਕੰਮ ਕਰਦੀ ਸੀ, ਜਿਸ ਤਰੀਕੇ ਨਾਲ ਇੱਕ ਡੈਮੋਕ੍ਰੇਸੀ, ਇੰਟਰਨਲ ਡੈਮੋਕ੍ਰੇਸੀ ਪਾਰਟੀਆਂ ਦੇ ਦਰਮਿਆਨ ਹੁੰਦੀ ਹੈ, ਜਿਹੜੀ ਖਤਮ ਕਰ ਲਈ ਹੈ, ਜੇ ਉਹ ਦੁਬਾਰਾ ਰਿਵਾਈਵ ਨਾ ਕੀਤੀ, ਉਹ ਦੁਬਾਰਾ ਉਹਨੂੰ ਮੁੜ ਸੁਰਜੀਤ ਨਾ ਕੀਤਾ, ਤਾਂ ਇਹ ਨਤੀਜੇ ਚੰਗੇ ਆਉਣੇ ਹਾਲੇ ਸੰਭਵ ਨਹੀਂ ਨਜ਼ਰ ਆਉਂਦੇ। ਕਾਂਗਰਸ ਨੂੰ ਕੰਮ ਕਰਨਾ ਪਵੇਗਾ, ਬਾਕੀ ਧਿਰਾਂ ਨੂੰ ਨਾਲ ਲੈਣਾ ਪਵੇਗਾ। ਫਿਲਹਾਲ ਦੇਖਣਾ ਹੋਵੇਗਾ ਕਿ ਕਾਂਗਰਸ ਇਧਰਲੇ ਪਾਸੇ ਨੂੰ ਧਿਆਨ ਦਿੰਦੀ ਹੈ ਜਾਂ ਫਿਰ ਸਿਰਫ PK ਤੇ ਦਾ ਖੇਡ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦੁਬਾਰਾ ਵੱਡੇ ਕਦਮ ਚੁੱਕਣ ਦੀ ਕੋਸ਼ਿਸ਼ ਕਰਦੀ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਪ੍ਰੀਤ ਦੇ ਨਾਲ ਹਰਦੀਪ ਸਿੰਘ ਭੋਗਲ, TV ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।